ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ ਸਾਰਿਆਂ ਦੇ। ਉਮੀਦ ਕਰਦਾ ਸਾਰੇ ਖੁਸ਼ ਹੋਵੋਗੇ। ਤੇ ਅੱਜ ਦੀ ਵੀਡੀਓ ਜਿਹੜੀ ਹੈ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ, ਤੇ ਵੀਡੀਓ ਨੂੰ ਪੂਰਾ ਲਾਸਟ ਤੱਕ ਜ਼ਰੂਰ ਦੇਖਣਾ ਜੀ, ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਚਲੋ ਵੀਡੀਓ ਨੂੰ ਕਰਦੇ ਹਾਂ ਸਟਾਰਟ। ਸਰਦਾਰ ਜੋਗਿੰਦਰ ਸਿੰਘ ਹੋਰਾਂ ਦੇ ਚੁਬਾਰੇ ਵਿੱਚ ਇੱਕ ਪ੍ਰੇਤ ਵਰਗਾ ਸਾਇਆ ਖੜਾ ਹੋਇਆ ਸੀ। ਪਹਿਲਾਂ ਤਾਂ ਇਸ ਸਾਏ ਵੱਲ ਕਿਸੇ ਦਾ ਧਿਆਨ ਹੀ ਨਹੀਂ ਗਿਆ, ਪਰ ਹੌਲੀ ਹੌਲੀ ਇਸ ਸਾਏ ਦੇ ਨਕਸ਼ ਬਣ ਲੱਗ ਪਏ ਸਨ। ਇਹ ਸਾਇਆ ਅਲਫ ਨੰਗਾ ਖੜਾ ਸੀ, ਜੋ 25-26 ਵਰ੍ਹਿਆਂ ਦੀ ਜਵਾਨ ਔਰਤ ਦਾ ਸੀ। ਹੌਲੀ ਹੌਲੀ ਸਾਰੇ ਪਿੰਡ ਵਿੱਚ ਅੱਗ ਵਾਂਗ ਇਹ ਗੱਲ ਫੈਲ ਗਈ ਸੀ ਕਿ ਸਰਦਾਰ ਜੋਗਿੰਦਰ ਸਿੰਘ ਹੋਰਾਂ ਦੇ ਚੁਬਾਰੇ ਵਿੱਚ ਨੰਗੀ ਜਨਾਨੀ ਖੜੀ ਹੋਈ ਹੈ, ਜੋ ਪਹਿਲਾਂ ਪਿੰਡ ਵਾਲੇ ਭੂਤ ਸਮਝ ਕੇ ਇਸ ਦੇ ਸਾਏ ਤੋਂ ਡਰ ਰਹੇ ਸਨ। ਹੁਣ ਇਸ ਸਾਏ ਨੂੰ ਮੁੰਡੀਰ ਸਵਾਦ ਲੈ ਕੇ ਵੇਖ ਰਹੀ ਸੀ ਤੇ ਡਰ ਭੋ ਰਹੀ ਸੀ। ਪੁਰਾਣੀਆਂ ਜਨਾਨੀਆਂ ਮੂੰਹ ਜੋੜ ਜੋੜ ਕੇ ਗੱਲਾਂ ਕਰਕੇ ਇੱਕ ਦੂਜੇ ਨੂੰ ਕਹਿ ਰਹੀਆਂ ਸਨ, ਨੀ ਭੈਣੇ ਹੁਣ ਤਾਂ ਲੋਹੜਾ ਹੀ ਆ ਗਿਆ। ਹੁਣ ਵਾਲੀਆਂ ਕੁੜੀਆਂ ਤਾਂ ਉੱਕਾ ਹੀ ਸ਼ਰਮ ਨਹੀਂ ਕਰਦੀਆਂ। ਆ ਵੇਖ ਕਿਵੇਂ ਖੜੀ ਆ ਅਲਫ ਨੰਗੀ, ਮੇਰੇ ਪਿਓ ਦੀ ਰੰਨ ਹੋਵੇ ਜਿਵੇਂ। ਇੱਕ ਸਾਡਾ ਵੇਲਾ ਸੀ, ਜਦ ਘਰੇ ਪਿਓ ਹੁੰਦਿਆਂ ਕਿਤੇ ਸਿਰ ਤੋਂ ਚੁੰਨੀ ਵੀ ਲੈ ਜਾਣੀ ਤਾਂ ਸਾਰਾ ਦਿਨ ਸ਼ਰਮ ਨਾਲ ਪਿਓ ਨਾਲ ਕਿਤੇ ਅੱਖ ਨਾ ਮਿਲਾ ਜਾਣੀ। ਸੋਚਣਾ ਖਰੇ ਕਿੰਨਾ ਕੁ ਵੱਡਾ ਪਾਪ ਹੋ ਗਿਆ ਹੋਵੇ। ਇੱਕ ਆਹ ਕੁਰਕੁਰਮੀ ਕਿਵੇਂ ਆਪਣੇ ਪਿਓ ਦੀ ਪੱਗ ਨੂੰ ਪੈਰਾਂ ਵਿੱਚ ਰੋਲ ਕੇ ਆਪਣੀ ਨੁਮਾਇਸ਼ ਕਰਨ ਲੱਗੀ ਹੋਈ ਆ। ਇਹਨਾਂ ਮੂੰਹ ਜੋੜ ਕੇ ਗੱਲਾਂ ਕਰਨ ਵਾਲਿਆਂ ਵਿੱਚ ਇੱਕ ਪਿੰਡ ਦੀ ਪੁਰਾਣੀ ਬੁੜੀ ਬਚਨੋ ਵੀ ਸੀ, ਜਿਸ ਦਾ ਘਰ ਵਾਲਾ ਪਹਿਲੀ ਉਮਰੇ ਹੀ ਤੁਰ ਗਿਆ ਤਾਂ ਉਹ ਭਰਾਵਾਂ ਦੇ ਸਿਰ ਤੇ ਆਪਣੇ ਬਾਲ ਬੱਚੇ ਲੈ ਕੇ ਆਪਣੇ ਪੇਕੇ ਆਣ ਬੈਠੀ ਸੀ, ਜਿਸ ਕਾਰਨ ਸਾਰੇ ਪਿੰਡ ਦੇ ਵੱਡੇ ਛੋਟੇ ਉਸ ਨੂੰ ਭੂਆ ਜੀ ਕਹਿ ਕੇ ਬੁਲਾਉਂਦੇ ਸਨ। ਇਹਨਾਂ ਵਿੱਚੋਂ ਇੱਕ ਬੁੜੀ ਨਾਮੋ ਵੀ ਸੀ, ਜਿਸ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਉਸ ਦੇ ਪੱਟੇ ਘਰ ਅਜੇ ਤੱਕ ਰਾਸ ਨਹੀਂ ਆਏ। ਉਹ ਆਪਣੀਆਂ ਹਮ ਉਮਰ ਬੁੜੀਆਂ ਨੂੰ ਬੜੇ ਬੁੱਲ ਟੇਰ ਕੇ ਕਹਿ ਰਹੀ ਸੀ, ਕੀ ਪਤਾ ਅਗਲੇ ਦਾ ਮੁੰਡਾ ਜੱਸਾ ਨਵੀਂ ਰਨ ਲੈ ਕੇ ਆਇਆ ਹੋਵੇ, ਤੁਸੀਂ ਐਵੇਂ ਮਚਣ ਦਈਆਂ ਜੇ। ਅਗਲੀ ਭਾਵੇਂ ਕੱਪੜੇ ਪਾਵੇ ਨਾ ਪਾਵੇ, ਤੁਹਾਨੂੰ ਕੀ ਲੱਗਾ ਭੈਣੋ। ਹੌਲੀ ਹੌਲੀ ਇਹ ਗੱਲ ਚੁਬਾਰੇ ਤੋਂ ਹੁੰਦੀ ਹੋਈ ਪਿੰਡ ਦੀ ਸੱਥ ਤੱਕ ਵੀ ਪਹੁੰਚ ਗਈ, ਜਿੱਥੇ ਸਰਦਾਰ ਜੋਗਿੰਦਰ ਸਿੰਘ ਪਿੰਡ ਦੇ ਮੋਹਤਬਰ ਬੰਦਿਆਂ ਨਾਲ ਗੱਲਾਂ ਕਰ ਰਿਹਾ ਸੀ। ਇੰਨੇ ਨੂੰ ਉਹਨਾਂ ਦੇ ਸਿਰੀ ਨੇ ਆ ਕੇ ਗੱਲਬਾਤ ਦਾ ਸਿਲਸਿਲਾ ਇਹ ਕਹਿ ਕੇ ਤੋੜ ਦਿੱਤਾ, ਸਰਦਾਰਾ ਅਣਹੋਣੀ ਵਾਪਰ ਗਈ ਆਪਣੇ ਘਰ ਤਾਂ। ਇਹ ਸ਼ਬਦ ਸਰਦਾਰ ਜੋਗਿੰਦਰ ਸਿੰਘ ਦੇ ਸਿਰ ਤੇ ਇੱਟ ਵਾਂਗ ਵੱਜੇ ਸਨ। ਕੀ ਗੱਲ ਸਿਰਿਆ, ਸੁੱਖ ਤਾਂ ਹੈਗੀ ਆ ਨਾ ਆਪਣੇ। ਸੁੱਖ ਹੀ ਨਹੀਂ ਆ ਸਰਦਾਰਾ, ਨਹੀਂ ਤਾਂ ਤੇਰੇ ਕੋਲ ਕੀ ਲੈਣ ਆਉਣਾ ਸੀ ਮੈਂ ਸੱਥ 'ਚ। ਇਹ ਸੁਣ ਕੇ ਸਰਦਾਰ ਜੋਗਿੰਦਰ ਸਿੰਘ ਨੂੰ ਆਪਣੀ ਘਰਵਾਲੀ ਚਰਨੋ ਦੀ ਮਨੋਮਨੀ ਫਿਕਰ ਹੋਣ ਲੱਗੀ, ਕਿਉਂਕਿ ਚਰਨੋ ਪਿਛਲੇ ਕੁਝ ਸਮੇਂ ਤੋਂ ਸਿਹਤ ਵੱਲੋਂ ਢਿੱਲੀ ਮੱਠੀ ਚੱਲ ਰਹੀ ਸੀ। ਬਥੇਰੇ ਡਾਕਟਰ ਨੂੰ ਵਿਖਾਇਆ, ਉਹਨਾਂ ਕਿਸੇ ਨੂੰ ਵੀ ਚਰਨੋ ਦੀ ਬਿਮਾਰੀ ਦਾ ਭੇਤ ਨਹੀਂ ਸੀ ਲੱਗਾ। ਸਰਦਾਰ ਜੋਗਿੰਦਰ ਸਿੰਘ ਨੇ ਹੌਸਲਾ ਕਰਕੇ ਪੁੱਛ ਹੀ ਲਿਆ ਆਪਣੇ ਕਾਮੇ ਸਿਰੇ ਤੋਂ, ਕੀ ਗੱਲ ਸਿਰਿਆ, ਬੁਝਾਰਤਾਂ ਕਿਉਂ ਪਾਈ ਜਾਨਾ, ਖੁੱਲ੍ਹ ਕੇ ਦੱਸ ਕੀ ਅਣਹੋਣੀ ਵਾਪਰ ਗਈ ਆਪਣੇ। ਤੂੰ ਆਪ ਜਾ ਹੀ ਦੇਖ ਲੈ ਸਰਦਾਰ, ਕੀ ਅਣਹੋਣੀ ਵਾਪਰੀ ਆਪਣੇ। ਚੱਲ ਵੀ ਸ਼ੇਰਾ, ਦੇਖਾਂ ਤਾਂ ਸਹੀ ਕੀ ਹੋਇਆ ਆਪਣੇ, ਜੇ ਤੂੰ ਆਪਣੇ ਮੂੰਹੋਂ ਨਹੀਂ ਦੱਸਣਾ ਤਾਂ। ਇੰਨਾ ਕਹਿ ਕੇ ਸਰਦਾਰ ਜੋਗਿੰਦਰ ਸਿੰਘ ਨੇ ਸੱਥ ਵਿੱਚੋਂ ਆਪਣੇ ਸਾਥੀਆਂ ਤੋਂ ਆਗਿਆ ਲੈ ਕੇ ਆਪਣੇ ਕਾਮੇ ਸਿਰੇ ਨਾਲ ਤੁਰ ਪਿਆ। ਆਪਣੇ ਘਰ ਵੱਲ ਨੂੰ ਰਸਤੇ ਵਿੱਚ ਜਾਂਦੇ ਸਰਦਾਰ ਜੋਗਿੰਦਰ ਸਿੰਘ ਨੇ ਕੁਝ ਪੁੱਛਿਆ ਆਪਣੇ ਸਿਰੀ ਤੋਂ, ਤੇ ਨਾ ਹੀ ਕਾਮੇ ਨੇ ਇੱਕ ਬੋਲ ਵੀ ਕੱਢਿਆ ਆਪਣੀ ਜ਼ੁਬਾਨ ਤੋਂ। ਇਸ ਸੰਨਾਟੇ ਨੂੰ ਬਰਕਰਾਰ ਰੱਖਦੇ ਹੋਏ ਕਾਮਾ ਤੇ ਮਾਲਕ ਆਪਣੀ ਹਵੇਲੀ ਤੱਕ ਪਹੁੰਚ ਗਏ ਸਨ, ਜਿੱਥੇ ਭੀੜ ਖੜ ਕੇ ਆਪਣੇ ਅੰਦਾਜ਼ੇ ਲਾ ਰਹੀ ਸੀ। ਸਰਦਾਰ ਜੋਗਿੰਦਰ ਸਿੰਘ ਦੀ ਹਵੇਲੀ ਪਹੁੰਚਦਿਆਂ ਸਾਰ ਹੀ ਚੁਬਾਰੇ ਵੱਲ ਨਿਗਾਹ ਚਲੀ ਗਈ, ਜਿੱਥੇ ਪ੍ਰੇਤ ਵਰਗਾ ਸਾਇਆ ਅਲਫ ਨੰਗਾ ਖੜਾ ਹੋਇਆ ਆਪਣੀ ਮੌਜੂਦਗੀ ਦਾ ਅਹਿਸਾਸ ਹਰ ਇੱਕ ਕਰਵਾ ਰਿਹਾ ਸੀ। ਇਸ ਸਾਏ ਨੂੰ ਦੇਖਦੇ ਸਰਦਾਰ ਜੋਗਿੰਦਰ ਸਿੰਘ ਮਿੱਟੀ ਢੇਰੀ ਵਾਂਗ ਥਾਂ ਢੇਰੀ ਹੋ ਗਿਆ ਸੀ। ਇਹ ਸਾਇਆ ਪਿਛਲੇ 25 ਸਾਲ ਤੋਂ ਸਰਦਾਰ ਜੋਗਿੰਦਰ ਸਿੰਘ ਦਾ ਪਿੱਛਾ ਕਰ ਰਿਹਾ ਸੀ। ਕੋਈ ਵੀ ਨਹੀਂ ਜਾਣਦਾ ਸੀ ਕਿ ਇਸ ਸਾਇਆ ਦਾ ਸਰਦਾਰ ਜੋਗਿੰਦਰ ਸਿੰਘ ਆਪਸ ਵਿੱਚ ਪਿਛਲੇ 25 ਵਰ੍ਹਿਆਂ ਤੋਂ ਇੱਕ ਦੂਜੇ ਤੋਂ ਵਾਕਿਫ ਸਨ। ਅਜੇ ਕੱਲ੍ਹ ਦੀ ਤਾਂ ਗੱਲ ਹੈ, ਜਦ ਸਰਦਾਰ ਜੋਗਿੰਦਰ ਸਿੰਘ ਦਾ ਵਿਆਹ ਹੋਇਆ ਸੀ। ਕਿੰਨਾ ਉਤਸ਼ਾਹ ਸੀ ਉਦੋਂ ਪਰਿਵਾਰ ਅੰਦਰ। ਉਹਨਾਂ ਦਿਨਾਂ ਵਿੱਚ ਗਾਉਣ ਵਾਲੀ ਕੋਈ ਵਿਰਲਾ ਵਾਂਝਾ ਹੀ ਲਾਉਂਦਾ ਹੁੰਦਾ ਸੀ, ਪਰ ਸਰਦਾਰ ਜੋਗਿੰਦਰ ਸਿੰਘ ਦੇ ਬਾਪ ਕਰਤਾਰ ਸਿੰਘ ਨੇ ਨਾਭੇ ਤੋਂ ਮੰਗਵਾ ਕੇ ਗਾਉਣ ਵਾਲੀ ਲਾਈ ਸੀ। ਖੁੱਲ੍ਹੀ ਜ਼ਮੀਨ ਹੋਣ ਕਰਕੇ ਬਾਪ ਨੇ ਪੁੱਤ ਦੇ ਵਿਆਹ ਤੇ ਖਰਚੇ ਦੀ ਪਰਵਾਹ ਨਹੀਂ ਸੀ ਕੀਤੀ। ਸਰਦਾਰ ਜੋਗਿੰਦਰ ਦੇ ਬਾਪ ਇਲਾਕੇ ਵਿੱਚ ਪੂਰਾ ਨਾਮ ਸੀ। ਕਿੰਨੇ ਦਿਨ ਉਹਨਾਂ ਦੇ ਘਰ ਹੋਏ ਵਿਆਹ ਦੇ ਚਰਚੇ ਪਿੰਡ ਦੀ ਸੱਥ ਵਿੱਚ ਚੱਲਦੇ ਰਹੇ ਸਨ। ਸਰਦਾਰ ਜੋਗਿੰਦਰ ਸਿੰਘ ਦਾ ਬਾਪ ਵੀ ਮਾਪਿਆਂ ਦਾ ਇਕਲੌਤਾ ਪੁੱਤ ਸੀ
ਤੇ ਅੱਗੇ ਸਰਦਾਰ ਜੋਗਿੰਦਰ ਸਿੰਘ ਵੀ ਇਕੱਲਾ ਹੀ ਮਾਪਿਆਂ ਦਾ ਪੁੱਤ। ਇਹ ਰੀਤ ਉਹਨਾਂ ਦੇ ਘਰ ਸਰਦਾਰ ਜੋਗਿੰਦਰ ਦੇ ਤਾਏ ਤੋਂ ਚੱਲਦੀ ਆ ਰਹੀ ਸੀ। ਪਰ ਸਰਦਾਰ ਜੋਗਿੰਦਰ ਵਾਰੀ ਇਹ ਰੀਤ ਉਦੋਂ ਟੁੱਟ ਗਈ ਜਦ ਉਸਦੇ ਘਰਵਾਲੀ ਦੇ ਕੁੱਖੋਂ ਪਹਿਲੇ ਬੱਚੇ ਦੇ ਰੂਪ ਵਿੱਚ ਕੁੜੀ ਹੋਈ। ਮਾਪਿਆਂ ਨੂੰ ਦੁੱਖ ਤਾਂ ਜ਼ਰੂਰ ਹੋਇਆ, ਪਰ ਉਹਨਾਂ ਦੇ ਨੂੰਹ ਪੁੱਤ ਦੀ ਖੁਸ਼ੀ ਅੱਗੇ ਇਸ ਨੂੰ ਜ਼ਾਹਿਰ ਨਾ ਕੀਤਾ। ਕੁੜੀ ਨੂੰ ਲక్ష్ਮੀ ਸਮਝ ਕੇ ਸਭ ਪਰਿਵਾਰ ਦੇ ਜੀਆਂ ਨੇ ਪ੍ਰਵਾਨ ਕਰ ਲਿਆ ਅਤੇ ਕਹਿ ਲਿਆ ਗਿਆ ਕਿ ਭੈਣ ਆ ਗਈ, ਹੁਣ ਇਹ ਆਪਣੇ ਭਰਾ ਨੂੰ ਜਲਦ ਲੈ ਕੇ ਆਵੇਗੀ। ਪਹਿਲੀ ਕੁੜੀ ਹੋਣ ਦਾ ਦੁੱਖ ਹੌਲੀ-ਹੌਲੀ ਪਰਿਵਾਰ ਵਿੱਚ ਘਟਣ ਲੱਗਾ ਅਤੇ ਕੁੜੀ ਦਾ ਨਾਮ ਰੱਖਿਆ ਗਿਆ ਕਰਮਜੀਤ, ਪਰ ਪਿਆਰ ਨਾਲ ਸਾਰੇ ਉਸ ਨੂੰ ਕਰਮੋ ਕਰਮੋ ਕਹਿੰਦੇ ਸਨ। ਘਰ ਵਿੱਚ ਪਹਿਲੇ ਸਿਆਣੇ ਜੀ ਹੋਣ ਕਰਕੇ ਕੋਈ ਚਹਿਲ ਪਹਿਲ ਨਾ ਬਰਾਬਰ ਸੀ। ਹੁਣ ਉਹ ਘਰ ਕਰਮੋ ਦੀਆਂ ਲਿਲਕਾਰੀਆਂ ਨਾਲ ਗੂੰਜਣ ਲੱਗ ਪਿਆ ਸੀ। ਸਰਦਾਰ ਜੋਗਿੰਦਰ ਜੋ ਪਹਿਲਾਂ ਕਰਮੋ ਤੋਂ ਦੂਰ ਰਹਿੰਦਾ ਸੀ, ਹੁਣ ਉਸ ਨੂੰ ਆਪਣੇ ਮੋਢਿਆਂ 'ਤੇ ਸਾਰਾ ਦਿਨ ਚੁੱਕ ਕੇ ਖਿਡਾਉਂਦਾ ਰਹਿੰਦਾ। ਵਰ੍ਹੇ ਕੁ ਬਾਅਦ ਚਰਨੋਂ ਫਿਰ ਪੇਟ ਤੋਂ ਹੋ ਗਈ। ਸਭ ਦੀਆਂ ਨਜ਼ਰਾਂ ਫਿਰ ਤੋਂ ਚਰਨੋਂ ਦੇ ਕੁੱਖੋਂ ਹੋਣ ਵਾਲੇ ਬੱਚੇ 'ਤੇ ਲੱਗ ਗਈਆਂ ਸਨ, ਪਰ ਕਿਸਮਤ ਨੇ ਫਿਰ ਉਹੀ ਦਸਤੂਰ ਨੂੰ ਨਿਭਾਇਆ ਤੇ ਚਰਨੋਂ ਫਿਰ ਤੋਂ ਕੁੜੀ ਦੀ ਮਾਂ ਬਣ ਗਈ। ਇਸ ਨਾਲ ਘਰ ਵਿੱਚ ਟੁੱਟਣ ਵਾਲੀ ਚੁੱਪ ਪਸਰੀ ਗਈ। ਨਾ ਕਿਸੇ ਨੇ ਕੁਝ ਬੋਲਿਆ, ਨਾ ਹੀ ਦੁੱਖ ਮਨਾਇਆ। ਸਰਦਾਰ ਜੋਗਿੰਦਰ ਸਿੰਘ ਸਵੇਰ ਹੁੰਦਿਆਂ ਘਰੋਂ ਬਾਹਰ ਨਿਕਲ ਜਾਂਦਾ ਅਤੇ ਗਈ ਰਾਤ ਨੂੰ ਵਾਪਸ ਆਉਂਦਾ। ਕਈ ਵਾਰ ਉਹ ਇੱਕ ਅੱਧਾ ਪੈਗ ਵੀ ਲੈ ਲੈਂਦਾ ਅਤੇ ਚੁੱਪ ਕਰਕੇ ਰੋਟੀ ਖਾ ਕੇ ਸੌ ਜਾਂਦਾ। ਸਮੇਂ ਆਪਣੀ ਚਾਲ ਨਾਲ ਤੁਰਦਾ ਗਿਆ। 2-3 ਮਹੀਨਿਆਂ ਦਾ ਸਫ਼ਰ ਤੈਅ ਕਰਦਿਆਂ ਸਾਲਾਂ ਵਿੱਚ ਬਦਲਣ ਲੱਗਾ। ਹੁਣ ਸਰਦਾਰ ਜੋਗਿੰਦਰ ਸਿੰਘ ਦੀਆਂ ਦੋਵੇਂ ਧੀਆਂ ਵੀ ਸਕੂਲ ਜਾਣ ਲੱਗ ਪਈਆਂ ਸਨ। ਸਮੇਂ ਨੇ ਆਪਣਾ ਇੱਕ ਵਾਰ ਰੰਗ ਵਿਖਾਇਆ ਤੇ ਚਰਨੋਂ 5 ਵਰ੍ਹਿਆਂ ਬਾਅਦ ਫਿਰ ਤੋਂ ਮਾਂ ਬਣਨ ਵਾਲੀ ਹੋ ਗਈ। ਇਸ ਵਾਰ ਚਰਨੋਂ ਨੂੰ ਵੀ ਕੁਝ ਪਤਾ ਨਹੀਂ ਲੱਗਾ ਉਹ ਕਦ ਮਾਂ ਬਣਨ ਵਾਲੀ ਹੋ ਗਈ। ਉਸ ਨੂੰ ਤਾਂ ਉਦੋਂ ਪਤਾ ਲੱਗਾ ਜਦ ਉਹ ਆਪਣੀ ਮਾਂ ਨੂੰ ਮਿਲਣ ਗਈ ਤੇ ਉੱਥੇ ਜਾ ਕੇ ਅਚਾਨਕ ਢਿੱਲੀ ਹੋ ਗਈ। ਉਦੋਂ ਵੱਡੀ ਡਾਕਟਰਨੀ ਨੇ ਦੱਸਿਆ ਸੀ, ਉਹਨੂੰ ਬੀਬੀ ਧਿਆਨ ਰੱਖਿਆ ਕਰ ਆਪਣਾ। ਇਹ ਸ਼ਬਦ ਸੁਣ ਮਾਵਾਂ ਧੀਆਂ ਦੋਵੇਂ ਹੈਰਾਨ ਰਹਿ ਗਈਆਂ ਸਨ। ਮਾਂ ਨੇ ਡਰਦੇ ਡਾਕਟਰਨੀ ਤੋਂ ਪੁੱਛਿਆ ਸੀ, ਕਿਉਂ ਜੀ, ਸੁੱਖ ਤਾਂ ਹੈਗੀ ਹੈ ਜੀ। ਸੁੱਖ ਹੀ ਆ ਬੀਬੀ, ਤੁਹਾਡੀ ਧੀ ਫਿਰ ਤੋਂ ਮਾਂ ਬਣਨ ਵਾਲੀ ਆ। ਚਰਨੋਂ ਦੀ ਮਾਂ ਨੇ ਉੱਪਰ ਵੱਲ ਮੂੰਹ ਕਰਕੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਨ ਲੱਗੀ, ਹੇ ਮਾਲਕਾ, ਮੇਰੀ ਧੀ ਨੂੰ ਵੀ ਹੁਣ ਵਾਸਤਿਆਂ ਵਿੱਚ ਕਰ ਦੇ। ਬਥੇਰੀ ਰੱਬ ਓੜ ਲਈ, ਹੁਣ ਮਿਹਰ ਵਾਲਾ ਮੀਂਹ ਬਰਸਾ ਦੇ। ਕੁਝ ਦਿਨਾਂ ਬਾਅਦ ਚਰਨੋਂ ਆਪਣੇ ਘਰ ਵਾਪਸ ਆ ਗਈ। ਉਦੋਂ ਸ਼ਾਇਦ ਉਸ ਨੂੰ 5ਵਾਂ ਮਹੀਨਾ ਲੱਗਿਆ ਹੋਇਆ ਸੀ। ਉਸ ਨੇ ਇਹ ਖਬਰ ਆਪਣੇ ਸਹੁਰੇ ਘਰ ਵਾਲੇ ਸਰਦਾਰ ਜੋਗਿੰਦਰ ਸਿੰਘ ਨੂੰ ਦੱਸੀ ਤਾਂ ਉਹੀ ਉਸਨੇ ਕੋਈ ਖੁਸ਼ੀ ਨਹੀਂ ਮਨਾਈ ਅਤੇ ਨਾ ਕੋਈ ਗਮ ਮਨਾਇਆ। ਬਸ ਚੁੱਪਚਾਪ ਕਾਇਮ ਰੱਖਿਆ ਜੋ ਪਿਛਲੇ ਕਈ ਸਾਲਾਂ ਤੋਂ ਬਰਕਰਾਰ ਚੱਲਦੀ ਆ ਰਹੀ ਸੀ। ਹੌਲੀ ਹੌਲੀ ਸਮਾਂ ਆਪਣੇ ਬਹਿਣ ਵਿੱਚ ਰੁੜਦਾ ਗਿਆ। ਚਰਨੋਂ ਨੂੰ ਪਤਾ ਹੀ ਨਹੀਂ ਲੱਗਾ ਕਦ ਉਸਨੇ 5 ਤੋਂ 9 ਮਹੀਨਿਆਂ ਦਾ ਸਫ਼ਰ ਤੈਅ ਕਰ ਲਿਆ। ਇੱਕ ਰਾਤ ਅਚਾਨਕ ਚਰਨੋਂ ਨੂੰ ਤੇਜ਼ ਦਰਦ ਹੋਣ ਲੱਗ ਪਿਆ ਅਤੇ ਉਸ ਨੂੰ ਸ਼ਹਿਰ ਵਾਲੇ ਡਾਕਟਰ ਲੈ ਜਾਇਆ ਗਿਆ। ਪਹਿਲਾਂ ਤਾਂ ਵੱਡੀ ਡਾਕਟਰਨੀ ਨੇ ਹੱਥ ਤੋਂ ਮਨਾ ਕਰਤਾ, ਆਖੇ ਜੇ ਕੋਈ 19-21 ਹੋਈ ਫਿਰ ਤੁਸੀਂ ਮੈਨੂੰ ਇਵੇਂ ਅਦਾਲਤਾਂ ਵਿੱਚ ਘੜੀਸੀ ਫਿਰੋਗੇ। ਸਰਦਾਰ ਜੋਗਿੰਦਰ ਸਿੰਘ ਨੇ ਥੋੜ੍ਹੇ ਤਲਖੀ ਭਰੇ ਲਿਹਾਜ਼ੇ ਵਿੱਚ ਕਿਹਾ, ਤੂੰ ਕੇਸ ਕਰ, ਜੇ ਕੁਝ ਹੋਇਆ ਅਸੀਂ ਆਪੇ ਦੇਖ ਲੈ। ਇਹ ਸੁਣ ਕੇ ਥੋੜ੍ਹਾ ਵੱਡੀ ਡਾਕਟਰਨੀ ਡਰ ਗਈ ਅਤੇ ਚਰਨੋਂ ਨੂੰ ਆਪਰੇਸ਼ਨ ਕਰਨ ਵਾਲੇ ਕਮਰੇ ਵਿੱਚ ਲੈ ਗਈ। ਥੋੜ੍ਹੇ ਸਮੇਂ ਬਾਅਦ ਵੱਡੀ ਡਾਕਟਰਨੀ ਕਿਹਾ, ਵਧਾਈ ਹੋਵੇ ਸਰਦਾਰ ਸਾਹਿਬ, ਸਭ ਕੁਝ ਵਧੀਆ ਹੋਇਆ ਤੇ ਅਸੀਂ ਕੁਝ ਚਿਰ ਬਾਅਦ ਮਾਂ ਤੇ ਬੱਚੇ ਨੂੰ ਆਪਣੇ ਕਮਰੇ ਵਿੱਚ ਲੈ ਆਉਣਾ। ਨਾ ਸਰਦਾਰ ਜੋਗਿੰਦਰ ਸਿੰਘ ਨੇ ਬੱਚੇ ਬਾਰੇ ਪੁੱਛਿਆ, ਨਾ ਹੀ ਵੱਡੀ ਡਾਕਟਰਨੀ ਨੇ ਕੁਝ ਦੱਸਿਆ। ਸ਼ਾਇਦ ਉਹ ਸਰਦਾਰ ਜੋਗਿੰਦਰ ਸਿੰਘ ਦੇ ਗਰਮ ਸੁਭਾਅ ਤੋਂ ਝਿਜਕ ਮੰਨ ਗਈ ਸੀ। ਜਦ ਚਰਨੋਂ ਨਵੇਂ ਬੱਚੇ ਨੂੰ ਲੈ ਕੇ ਘਰ ਆਈ ਤਾਂ ਸਾਰੇ ਪਿੰਡ ਵਿੱਚ ਗੱਲ ਧੁੰਮ ਗਈ ਸੀ ਕਿ ਬਾਈ ਸਰਦਾਰ ਜੋਗਿੰਦਰ ਸਿੰਘ ਘਰ ਮੁੰਡਾ ਹੋਇਆ ਆ। ਸਾਰੇ ਪਿੰਡ ਵਿੱਚ ਵਧਾਈ ਦੇਣ ਵਾਲਿਆਂ ਦਾ ਮੇਲਾ ਲੱਗ ਗਿਆ ਅਤੇ ਸਾਰੇ ਪਿੰਡ ਨੂੰ ਪੂਰੇ 2 ਦਿਨ ਵੰਨ-ਸੁਵੰਨੇ ਪਕਵਾਨਾਂ ਨਾਲ ਰਜਾਇਆ ਗਿਆ। ਬੱਚੇ ਦਾ ਨਾਂ ਰੱਖਿਆ ਗਿਆ ਸਰਦਾਰ ਜਸਵੰਤ ਸਿੰਘ, ਪਰ ਪਿਆਰ ਨਾਲ ਉਸ ਨੂੰ ਜੱਸਾ ਹੀ ਕਹਿੰਦੇ ਸਨ। ਜੱਸੇ ਬਾਰੇ ਪਿੰਡ ਵਿੱਚ ਨਾ ਜ਼ਿਆਦਾ ਕਿਸੇ ਨੂੰ ਪਤਾ ਸੀ ਕਿਉਂਕਿ ਉਸ ਨੂੰ ਵੇਖਿਆ ਹੀ ਬਹੁਤ ਘੱਟ ਲੋਕਾਂ ਨੇ ਸੀ। ਜਿਵੇਂ ਹੀ ਇਹ ਕਹਿ ਲਿਆ ਜਾਂਦਾ ਕਿ ਸਰਦਾਰ ਜੋਗਿੰਦਰ ਸਿੰਘ ਤੋਂ ਇਲਾਵਾ ਉਸ ਨੂੰ ਕੋਈ ਵਿਰਲਾ ਹੀ ਜਾਣਦਾ ਹੋਵੇਗਾ। ਜਦ ਕਦੇ ਸਰਦਾਰ ਜੋਗਿੰਦਰ ਸਿੰਘ ਨੂੰ ਕੋਈ ਪਿੰਡ ਵਾਲਾ ਜੱਸੇ ਦਾ ਹਾਲ ਪੁੱਛਦਾ ਤੇ ਉਸ ਦੇ ਨਾਂ ਪਿੰਡ ਵਿੱਚ ਹੋਣ ਬਾਰੇ ਪੁੱਛਦਾ ਤਾਂ ਸਰਦਾਰ ਜੋਗਿੰਦਰ ਸਿੰਘ ਕਹਿੰਦਾ, ਉਸ ਨੂੰ ਬਾਹਰ ਪੜ੍ਹਨ ਪਾਇਆ ਆ, ਇੱਥੇ ਹੈਗਾ ਹੀ ਕੀ ਆ, ਐਵੇਂ ਮੰਡੀਰ ਵਿੱਚ ਰਹਿ ਕੇ ਵਿਗੜ ਜਾਊਂ। ਤਾਂ ਪਿੰਡ ਵਾਲੇ ਉਸ ਨੂੰ ਕਹਿੰਦੇ, ਇਹ ਕੰਮ ਤਾਂ ਤੂੰ ਵਧੀਆ ਕੀਤਾ ਆ ਸਰਦਾਰਾ, ਅਤੇ ਆਪਣੇ ਜੱਸੇ ਨੂੰ ਪਿੰਡੋਂ ਬਾਹਰ ਕੱਢ ਕੇ ਚੱਲ ਬਾਹਰ ਪੜ੍ਹ ਤਾਂ ਆ ਕੇ ਪਿੰਡ ਦਾ ਕੋਈ ਸੁਧਾਰ ਹੀ ਕਰੇ,
ਨਹੀਂ ਤਾਂ ਅੱਜ ਕੱਲ੍ਹ ਕਿੱਥੇ ਮੁੰਡੇ ਪੜ੍ਹਦੇ ਨੇ। ਸਰਦਾਰ ਜੋਗਿੰਦਰ ਸਿੰਘ ਨੂੰ ਮੋਢੇ ਤੋਂ ਫੜ ਕੇ ਜਦੋਂ ਕਿਸੇ ਨੇ ਹਿਲਾਇਆ ਤਾਂ ਉਹ ਡਰ ਗਿਆ ਅਤੇ ਉਸਨੇ ਫਿਰ ਹਿੰਮਤ ਕਰਕੇ ਚੁਬਾਰੇ ਵਾਲੀ ਬਾਰੀ ਵੱਲ ਨਿਗਾਹ ਮਾਰੀ ਤਾਂ ਅਜੇ ਵੀ ਉਹ ਸਾਇਆ ਅਲਫ ਨੰਗਾ ਉਸ ਤਰ੍ਹਾਂ ਖੜਾ ਹੋਇਆ ਸੀ। ਅਚਾਨਕ ਸਹੀ ਸਰਦਾਰ ਜੋਗਿੰਦਰ ਸਿੰਘ ਵੱਲ ਵੇਖ ਕੇ ਘੂਕ ਵਰਗੀ ਇੱਕ ਚੀਕ ਮਾਰੀ, ਜਿਸ ਨਾਲ ਸਾਰੇ ਹੇਠਾਂ ਖੜੇ ਹੋਏ ਲੋਕ ਸਹਿਮ ਗਏ ਤੇ ਸਾਏ ਦੇ ਮੂੰਹੋਂ ਇਹ ਹੀ ਮਸਾ ਨਿਕਲਿਆ, ਪਾਪਾ ਜੀ ਤੁਸੀਂ ਮੈਨੂੰ ਇਸ ਜੂਨ ਵਿੱਚੋਂ ਰਿਹਾ ਕਿਉਂ ਨਹੀਂ ਕਰਦੇ? ਮੈਂ ਕਦ ਤੱਕ ਇਸ ਨੂੰ ਹੰਢਾਊਂ? ਮੈਨੂੰ ਪਾਪਾ ਜੀ ਰਿਹਾਈ ਚਾਹੀਦੀ ਆ। ਸਭ ਲੋਕ ਹੈਰਾਨ ਸਨ। ਇਸ ਸਾਏ ਦਾ ਸਰਦਾਰ ਜੋਗਿੰਦਰ ਸਿੰਘ ਨਾਲ ਕੀ ਸਬੰਧ ਹੈ? ਉਹ ਕਿਉਂ ਸਰਦਾਰ ਤੋਂ ਰਿਹਾਈ ਮੰਗ ਰਿਹਾ ਹੈ? ਕੋਈ ਇਸ ਸਵਾਲ ਨੂੰ ਪੁੱਛਦਾ। ਉਸ ਤੋਂ ਪਹਿਲਾਂ ਉਸ ਦਿਨ ਤੋਂ ਬਾਅਦ ਨਾ ਤਾਂ ਹੁਣ ਕਿਸੇ ਨੇ ਉਸ ਸਾਏ ਨੂੰ ਬਾਰੀ ਖੜੇ ਦੇਖਿਆ ਸੀ ਅਤੇ ਨਾ ਹੀ ਸਰਦਾਰ ਜੋਗਿੰਦਰ ਸਿੰਘ ਨੂੰ, ਜੋ ਸ਼ਾਇਦ ਹੁਣ ਦੋਵੇਂ ਉਜੜ ਚੁੱਕੇ ਸਨ। ਤੇ ਦੋਸਤੋ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।